ਅਸੀਂ ਕੱਲ ਕਾਰਗਿਲ ਸ਼ਹੀਦੀ ਦਿਵਸ ਦੇ ਮੌਕੇ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਪਹੁੰਚ ਰਹੇ ਨੇਗੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸ਼ਹੀਦੀ ਸਮਾਰਕ ਦੇ ਉੱਤੇ ਪਹਿਲਾਂ ਹਾਲਾਂਕਿ ਕੈਬਨਿਟ ਮੰਤਰੀ ਫੌਜਾ ਸਿੰਘ ਨੂੰ ਸ਼ਰਧਾਂਜਲੀ ਦੇ ਕੇ ਗਏ ਨੇ ਤੇ ਫੌਜਾ ਸਿੰਘ ਦੇ ਨਾਲ ਹੀ ਤੁਸੀਂ ਦੇਖੋ ਭਗਵੰਤ ਮਾਨ ਆ ਰਹੇ ਨੇ ਕਿਉਂਕਿ ਕਾਰਗਿਲ ਸ਼ਹੀਦੀ ਦਿਵਸ ਦੇ ਮੌਕੇ ਤੇ ਅੱਜ ਸ਼ਹੀਦਾਂ ਨੂੰ ਸ਼ਰਧਾ ਸੁਮਨ ਜਿਹੜੇ ਭੇਂਟ ਕਰਨੇ ਨੇਗੇ। ਕਾਰਗਿਲ ਨੂੰ ਯਾਦ ਕਰਦੇ ਅੱਜ ਵੀ ਉਹ ਗੱਲਾਂ ਯਾਦ ਆਉਂਦੀਆਂ ਨੇ ਉਹਨਾਂ ਵੀਰ ਸਪੂਤਾਂ ਦੀਆਂ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਵੀਰ ਸ਼ਹੀਦਾਂ ਕਰਕੇ ਦੇਸ਼ ਦੀ ਆਨ ਬਾਨ ਸ਼ਾਨ ਬਚੀ ਤੇ ਨਾਲ ਹੀ ਹਾਲਾਂਕਿ ਉਹ ਆਪਦੀ ਜਾਨ ਤੱਕ ਦੇ ਗਏ। ਸ਼ਹੀਦਾਂ ਨੂੰ ਸਮਰਪਿਤ ਅੱਜ ਦਾ ਦਿਨ ਹਰ ਪਾਸੇ ਜਿਸ ਤਰ੍ਹਾਂ ਦੇ ਨਾਲ ਸ਼ਰਧਾ ਸੁਮਨ ਭੇਂਟ ਕੀਤੇ ਜਾਂਦੇ ਨੇ ਤਾਂ ਉਹਦੇ ਨਾਲ ਹੀ ਤੁਸੀਂ ਦੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਨੇ ਜਿਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਪੂਰੇ ਸੈਨਿਕੀ ਰਿਵਾਜਾਂ ਦੇ ਨਾਲ ਜਿਹੜਾ ਸ਼ਹੀਦਾਂ ਨੂੰ ਸ਼ਰਧਾ ਸੁਮਨ ਭੇਂਟ ਕਰਨ ਚੱਲੇ ਨੇ ਤੇ ਉਸ ਤੋਂ ਪਹਿਲਾਂ ਫੌਜਾ ਸਿੰਘ ਕੈਬਨਿਟ ਮੰਤਰੀ ਫਰੀडम ਫਾਈਟਰਸ ਦੀ ਜ਼ਿੰਮੇਵਾਰੀ ਡਿਪਾਰਟਮੈਂਟ ਦੀ ਉਹਨਾਂ ਕੋਲੇ ਹੈ। ਨਾਲ ਹੀ ਦੇਖਦੇ ਹਾਂ ਤਾਂ ਜਿਸ ਤਰ੍ਹਾਂ ਦੇ ਨਾਲ ਭਗਵੰਤ ਮਾਨ ਹੋਰਾਂ ਨੂੰ ਪਹਿਲਾਂ ਵੀ ਸ਼ਹੀਦਾਂ ਨੂੰ ਲੈ ਕੇ ਸਿੱਧੇ ਤੌਰ ਤੇ ਕਿਹਾ ਜਾ ਕੇ ਜਾਵੇ ਤਾਂ ਹਮੇਸ਼ਾ ਹੀ ਯਾਦ ਕੀਤਾ ਜਾਂਦਾ ਹੈ। ਕੁਝ ਸਮਾਂ ਮੌਨ ਰੱਖ ਕੇ ਜਿਹੜਾ ਕਿ ਸਲਾਮੀ ਦਿੱਤੀ ਜਾਂਦੀ ਹੈ ਤੇ ਨਾਲ ਹੀ ਇਸ ਦਿਨ ਦੇ ਮੌਕੇ ਤੇ ਦੇਖਿਆ ਜਾਵੇ ਵੈਸੇ ਤਾਂ ਦੇਸ਼ ਭਰ ਦੇ ਵਿੱਚ ਹੀ ਹਰ ਪਾਸੇ ਜਿਹੜਾ ਕਿ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਅੱਜ ਦੇ ਦਿਨ ਦੇ ਵਿੱਚ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਕਾਰਗਿਲ ਦਾ ਯੁੱਧ ਚੱਲਿਆ ਸੀ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਵੀਰ ਕਹਾਣੀਆਂ ਨੇਗੀਆਂ ਜਿਹੜੀਆਂ ਕਿ ਅੱਜ ਵੀ ਬੱਚਿਆਂ ਨੂੰ ਤੇ ਆਉਣ ਵਾਲੀ ਪੀੜ੍ਹੀ ਨੂੰ ਨਾਲ ਹੀ ਯਾਦ ਕੀਤਾ ਜਾਂਦਾ ਇਸ ਦਿਨ ਦੇ ਲਈ। ਤੇ ਅੱਜ ਦੇ ਦਿਨ ਦੇ ਮੌਕੇ ਜਿਸ ਤਰ੍ਹਾਂ ਦੇ ਨਾਲ ਭਗਵੰਤ ਮਾਨ ਪਹੁੰਚੇ ਨੇਗੇ ਤਾਂ ਇਹ ਚੰਡੀਗੜ੍ਹ ਦਾ ਸ਼ਹੀਦ ਸਮਾਰਕ ਹੈ ਜਿੱਥੇ ਹਰ ਸਾਲ ਸੂਬੇ ਦੇ ਮੁੱਖ ਮੰਤਰੀ ਭਾਵੇਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਆਉਂਦੇ ਰਹੇ ਤੇ ਇਸ ਵਾਰ ਭਗਵੰਤ ਮਾਨ ਨੇ ਜਿਹੜੇ ਸ਼ਰਧਾਂਜਲੀ ਦੇਣ ਵਾਸਤੇ ਪਹੁੰਚਦੇ ਨੇ। ਕਾਫੀ ਭਾਵੁਕ ਪਲ ਹੁੰਦੇ ਨੇ ਇਹ ਜਦੋਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਿਆ ਜਾਂਦਾ ਜਿਨ੍ਹਾਂ ਨੇ ਬੇਹੱਦ ਔਖੀ ਘੜੀ ਦੇ ਵਿੱਚ ਕਹੀਏ ਕਿ ਦੇਸ਼ ਦੀ ਆਨ ਬਾਨ ਸ਼ਾਨ ਨੂੰ ਬਚਾਉਣ ਵਾਸਤੇ ਆ ਜਿਹੜਾ ਆਪਦੀਆਂ ਕੁਰਬਾਨੀਆਂ ਦਿੱਤੀਆਂ। ਤੇ ਭਗਵੰਤ ਮਾਨ ਹੋਰਾਂ ਦਾ ਅਕਸਰ ਵੀ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਵੀ ਲਗਾਤਾਰ ਸ਼ਹੀਦਾਂ ਨੂੰ ਲੈ ਕੇ ਉਹਨਾਂ ਦੀਆਂ ਲਗਾਤਾਰ ਸੋਚ ਰਹਿੰਦੀ ਆ ਚਾਹੇ ਸ਼ਹੀਦ ਭਗਤ ਸਿੰਘ ਦੀ ਗੱਲ ਹੋਵੇ ਜਾਂ ਫਿਰ ਉਸ ਤੋਂ ਬਾਅਦ ਦੇਸ਼ ਦੇ ਮਹਾਨ ਸ਼ਹੀਦਾਂ ਦੀ। ਕੁਝ ਸਮੇਂ ਦਾ ਮੌਨ ਰੱਖ ਕੇ ਜਿਹੜਾ ਸ਼ਹੀਦਾਂ ਨੂੰ ਇਹ ਸਮਾਂ ਸਮਰਪਿਤ ਕੀਤਾ ਜਾਂਦਾ। ਹਾਲਾਂਕਿ ਜਿਸ ਤਰ੍ਹਾਂ ਦਾ ਉਹਨਾਂ ਦਾ ਜਜ਼ਬਾ ਸੋਚ ਰਹਿੰਦੀ ਹੈ ਉਹਨੂੰ ਤਾਂ ਸਦਾ ਹੀ ਯਾਦ ਰੱਖਿਆ ਜਾਂਦਾ ਤੇ ਨਾਲ ਹੀ ਇਹਨਾਂ ਦਿਨਾਂ ਦੇ ਮੌਕੇ ਦੇ ਉੱਤੇ ਖਾਸ ਤੌਰ ਤੇ ਹਾਲਾਂਕਿ ਜੇ ਭਗਵੰਤ ਮਾਨ ਨੂੰ ਦੇਖਿਆ ਜਾਵੇ ਪਹਿਲਾਂ ਭਾਵੇਂ ਸ਼ਰਧਾਂਜਲੀ ਦੇ ਕੇ ਗਏ ਫੌਜਾ ਸਿੰਘ ਉਸ ਤੋਂ ਬਾਅਦ ਜੇ ਦੇਖੀਏ ਤਾਂ ਨੰਗੇ ਪੈਰੀਂ ਹੈ ਆਪਦੇ ਜੁੱਤੇ ਬਾਹਰ ਤਾਰ ਕੇ ਫਿਰ ਸ਼ਹੀਦੀ ਸਮਾਰਕ ਤੇ ਚੜ੍ਹਦੇ ਨੇ। ਹੁਣ ਰੱਖਣ ਤੋਂ ਬਾਅਦ ਸਲੂਟ ਕਰਦੇ ਭਗਵੰਤ ਮਾਨ ਕਿਉਂਕਿ ਦੇਸ਼ ਦੇ ਜਵਾਨਾਂ ਨੂੰ ਜਿਸ ਤਰ੍ਹਾਂ ਦੇ ਨਾਲ ਜੇ ਕਹੀਏ ਕਿ ਯਾਦ ਕਰਦੇ ਹਾਂ ਅਸੀਂ ਕਿਉਂਕਿ ਉਹਨਾਂ
ਜਵਾਨਾਂ ਦੇ ਜੋਸ਼ ਜਜ਼ਬੇ ਅਤੇ ਦੇਸ਼ ਦੇ ਪ੍ਰਤੀ ਪ੍ਰੇਮ ਦੇ ਚਲਦੇ ਹੀ ਲੋਕ ਆਪਦੇ ਘਰੇ ਬੇਨਿਧੜਕ ਹੋ ਕੇ ਜਿਹੜਾ ਸੌਂਦੇ ਨੇ, ਜਦੋਂ ਕਿ ਭਾਵੇਂ ਗੱਲ ਹੋਵੇ ਕਿ ਬਾਹਰਲੇ ਦੁਸ਼ਮਣਾਂ ਤੋਂ ਆਪਦੇ ਸੁੱਖ ਸੁਵਿਧਾਵਾਂ ਤੇ तमाम ਪਰੇਸ਼ਾਨੀਆਂ ਨੂੰ ਛੱਡਦੇ ਜਿਹੜਾ ਨੇ ਉਹ ਦੇਸ਼ ਦੀ ਰਾਖੀ ਕਰਦੇ ਨੇ। ਕਿ ਹੁਣ ਤੁਹਾਨੂੰ ਦੇਖਣਾ ਹੋਊਗਾ ਕਿਉਂਕਿ ਕਾਫੀ ਪਲ ਹੁੰਦੇ ਨੇ ਅਜਿਹੇ ਮੌਕੇ ਦੇ ਉੱਤੇ। ਤੇ ਜਿਵੇਂ ਆਖਰ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ ਤਾਂ ਤੇ ਜਿਹੜਾ ਨੇ ਹੋ ਜਾਂਦੇ ਨੇ, ਤੇ ਨਾਲ ਹੀ ਜਿਹੜੇ ਸਾਬਕਾ ਫੌਜੀ ਨੇਗੇ ਉਹਨਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ। ਮਿਲਟਰੀ ਆਫੀਸਰਸ ਵੀ ਇਸ ਦਿਨ ਦੇ ਵਿੱਚ ਪਹੁੰਚਦੇ ਨੇ। ਇਹ ਜਿਹੜਾ ਪੂਰਾ ਪਾਰਕ ਹੀ ਜੇ ਤੁਹਾਨੂੰ ਦੱਸਦੀ ਹੈ ਤਾਂ ਉਹਨਾਂ ਸ਼ਹੀਦਾਂ ਦੇ ਯਾਦ ਦੇ ਵਿੱਚ ਬਣਾਇਆ ਹੋਇਆ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀ ਦਿੱਤੀ। ਆਸੇ ਪਾਸੇ ਜਿਹੜੀ ਕਾਲੇ ਬੋਰਡ ਦਿਖ ਰਹੇ ਨੇ ਤਾਂ ਇਹਨਾਂ ਬੋਰਡਾਂ ਦੇ ਉੱਤੇ ਸ਼ਹੀਦਾਂ ਦੇ ਨਾਂ ਨੇ, ਜਿਹੜੇ ਨਾਮ ਨੇ ਉਹ ਅੰਕਿਤ ਕੀਤੇ ਹੋਏ ਨੇ, ਤਾਂ ਕਿ ਜੇਕਰ ਲੋਕ ਉਰੇ ਆਉਣ ਵੀ ਤੇ ਜਿਹੜੀ ਪੀੜ੍ਹੀ ਸਾਡੀ ਜਦੋਂ ਉਰੇ ਦੇਖਣ ਦੇ ਵਾਸਤੇ ਆਉਂਦੀ ਆ ਤਾਂ ਆਖਰ ਕਰਕੇ ਉਹਨਾਂ ਨੂੰ ਪਤਾ ਲੱਗ ਸਕੇ। ਤੇ ਜਵਾਨਾਂ ਦੇ ਨਾਲ ਮਿਲਣ ਤੋਂ ਬਾਅਦ ਜੇ ਕਹੀਏ ਤਾਂ ਜਿਹੜੇ NCC ਕੈਡੇਟਸ ਪਹੁੰਚੇ ਨੇਗੇ ਇਸ ਮੌਕੇ ਦੇ ਉੱਤੇ ਉਹਨਾਂ ਨੂੰ ਮਿਲ ਰਹੇ ਨੇ। ਉਹ ਉਦੋਂ ਬਾਅਦ ਦੇ ਵਿੱਚ ਕਹਿ ਸਕਦੇ ਹਾਂ ਕਿ तमाम ਪੁਲਿਸ ਦੇ ਜਵਾਨਾਂ ਨੂੰ ਵੀ ਹੈ ਜਿਹੜਾ ਭਗਵੰਤ ਮਾਨ ਮਿਲ ਰਹੇ ਨੇ, ਤੇ ਉਹਦੇ ਨਾਲ ਉਹਨਾਂ ਦੇ ਮੰਤਰੀ ਨੇ ਫੌਜਾ ਸਿੰਘ। ਤੇ ਹੁਣ ਹੋ ਸਕਦਾ ਮੀਡੀਆ ਦੇ ਨਾਲ ਵੀ ਭਗਵੰਤ ਮਾਨ ਗੱਲਬਾਤ ਕਰਨ ਆ ਰਹੇ ਨੇ। ਤੇ ਨਾਲ ਨਾਲ ਜਿਸ ਤਰ੍ਹਾਂ ਦੇ ਨਾਲ ਕਹੀਏ ਕਿ ਅੱਜ ਦਾ ਦਿਨ ਬਹੁਤ ਭਾਵੁਕ ਹੁੰਦਾ ਆਪਦੇ ਆਪਣੇ ਵਿੱਚ। ਸਵੇਰ ਤੋਂ ਹੀ ਜਿਹਦੇ ਸਵੇਰੇ ਦੇ ਸਮੇਂ ਆ ਜਿਹੜਾ ਸਰਕਾਰਾਂ ਦੇ ਵੱਲੋਂ ਤੇ ਸ਼ਹੀਦਾਂ ਨੂੰ ਯਾਦ ਕਰਨ ਵਾਲੇ ਆਮ ਲੋਕਾਂ ਦੇ ਵਿੱਚ ਵੀ ਜੇ ਗੱਲ ਕੀਤੀ ਜਾਵੇ ਤਾਂ ਸ਼ਰਧਾਂਜਲੀਆਂ ਨੇ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ। ਤੇ ਦੂਜੇ ਪਾਸੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਪੁਲਿਸ ਦੇ ਜਵਾਨਾਂ ਨੂੰ ਵੀ ਜਿਹੜਾ ਮਿਲਣ ਵਾਸਤੇ ਗਏ ਨੇ, ਕਿਉਂਕਿ ਜਦੋਂ ਸੂਬੇ ਦੀ ਗੱਲ ਆਉਂਦੀ ਆ ਤਾਂ ਹਰ ਕੋਈ ਤੇ ਹੁਣ ਦੁਬਾਰੇ ਫਿਰ ਸ਼ਰਧਾਂਜਲੀ ਦੇਣ ਵਾਸਤੇ ਆਪਦੇ ਮੰਤਰੀ ਦੇ ਨਾਲ ਅੱਜ ਕਾਰਗਿਲ ਵਿਜੇ ਦਿਵਸ ਹੈ। ਅੱਜ ਦੇ ਦਿਨ ਸਾਡੇ ਜਾਂਬਾਜ਼ ਬਹਾਦਰ ਫੌਜੀਆਂ ਨੇ ਆਪਣੇ ਅਫਸਰਾਂ ਦੇ ਨਿਰਦੇਸ਼ਾਂ ਦੇ ਅਧੀਨ ਟਾਈਗਰ ਹਿੱਲ ਨੂੰ ਸਰ ਕੀਤਾ ਸੀ। ਉਸ ਵੇਲੇ ਦੇਸ਼ ਦੇ ਵਿੱਚ ਬਹੁਤ ਵੱਡੀ ਇੱਕ ਦੇਸ਼ ਭਗਤੀ ਦੀ ਭਾਵਨਾ ਜਿਹੜੀ ਹੈ ਉਹ ਚੱਲੀ ਸੀ। ਮੈਨੂੰ ਯਾਦ ਹੈ ਉਸ ਵੇਲੇ ਮੈਂ ਬਤੌਰ ਕਲਾਕਾਰ ਵਿਚਰਦਾ ਸੀ ਤਾਂ ਮੈਂ ਇੱਕ ਉਦਮ ਕਰਕੇ, ਉਸ ਵੇਲੇ ਮੈਂ ਪਟਿਆਲੇ ਰਹਿੰਦਾ ਸੀ, ਮੈਂ ਫੇਮਸ ਕਲਾਕਾਰਾਂ ਨੂੰ ਕਿਹਾ ਕਿ ਆਪਾਂ ਨੂੰ ਵੀ ਯੋਗਦਾਨ ਪਾਉਣਾ ਚਾਹੀਦਾ, ਕਿਉਂਕਿ ਜਿਹੜੇ ਆਪਣੇ ਇਹ ਸ਼ੋਜ਼ ਹੁੰਦੇ ਨੇ ਜੋ ਆਪਾਂ ਕਾਰਾਂ ਕੋਠੀਆਂ ਵਾਲੇ ਹੋਏ ਆ, ਇਹ ਉਹਨਾਂ ਸ਼ਹੀਦਾਂ ਕਰਕੇ, ਇਹ ਉਹਨਾਂ ਜਾਂਬਾਜ਼ ਯੋਧਿਆਂ ਕਰਕੇ ਹੀ ਆ ਜਿਨ੍ਹਾਂ ਨੇ ਬਾਰਡਰਾਂ ਤੇ ਹਿੱਕਾਂ ਤਾਣੀਆਂ ਹੋਈਆਂ ਨੇ। ਤਾਂ ਅਸੀਂ ਇੱਕ ਲਾਈਵ ਸ਼ੋਅ ਕਰਕੇ ਜਿੰਨੇ ਵੀ ਪੈਸੇ ਇਕੱਠੇ ਹੋਏ ਅਸੀਂ ਪਟਿਆਲਾ ਦੇ ਜਿਹੜਾ ਕੈਂਟ ਹੈ ਪਟਿਆਲਾ, ਉਹਨਾਂ ਦੇ ਜਿਹੜੇ ਹੈੱਡ ਸੀਗੇ ਉਹਨਾਂ ਨੂੰ ਅਸੀਂ ਉਸੇ ਵੇਲੇ ਹੀ ਉਹ ਪੈਸੇ ਆਪਣੇ ਵੱਲੋਂ ਤੁਛ ਜੀ ਜਿੰਨਾ ਕੁ ਯੋਗਦਾਨ ਬਣਦਾ ਸੀ ਪਾਇਆ। ਸੋ
ਫੌਜ ਲਈ ਬਹੁਤ ਸਾਰੇ ਮੌਕੇ ਇਦਾਂ ਦੇ ਆਉਂਦੇ ਰਹਿੰਦੇ ਨੇ ਜਦੋਂ ਦੁਸ਼ਮਣ ਕਿਸੇ ਨਾ ਕਿਸੇ ਤਰੀਕੇ ਨਾਲ ਭਾਰਤ ਦੇ ਖੇਤਰ ਦੇ ਵਿੱਚ ਦਹਿਸ਼ਤਗਰਦੀਆਂ ਜਾਂ ਕੋਈ ਹੋਰ ਡਰੱਗਸ ਦੀਆਂ ਜਾਂ ਕੋਈ ਹੋਰ ਡਰੋਨ ਸਮੱਸਿਆ ਅੱਜ ਕੱਲ੍ਹ, ਪਰ ਸਾਡੀ ਫੌਜ ਕਰਕੇ ਅਸੀਂ ਸੇਫ ਹਾਂ। ਜਿਸ ਵੇਲੇ ਅਸੀਂ ਆਪਣੇ ਬੱਚਿਆਂ ਸਮੇਤ ਏਸੀ ਲਾ ਕੇ ਆਪਣੇ ਕਮਰਿਆਂ 'ਚ ਸੁੱਤੇ ਪਏ ਹੁੰਦੇ ਹਾਂ, ਉਸ ਵੇਲੇ ਸਾਡੇ ਇਹ ਬਹਾਦਰ ਯੋਧੇ ਜੈਸਲਮੇਰ ਦੇ ਟਿੱਬਿਆਂ 'ਚ -50 ਤੋਂ 50 ਡਿਗਰੀ ਤੋਂ ਉੱਪਰ 50 ਡਿਗਰੀ ਤੋਂ ਉੱਪਰ ਗਰਮੀ ਦੇ ਵਿੱਚ ਆਪਣੀ ਰੱਖਿਆ ਕਰ ਰਹੇ ਹੁੰਦੇ ਨੇ। ਤੇ ਜਿਸ ਵੇਲੇ ਆਪਾਂ ਆਪਣੇ ਕਮਰਿਆਂ 'ਚ ਹੀਟਰ ਲਾ ਕੇ ਸੁੱਤੇ ਪਏ ਹੁੰਦੇ ਆ ਕਿ ਸਾਨੂੰ ਠੰਡ ਨਾ ਲੱਗੇ, ਉਸ ਵੇਲੇ ਇਹ ਟਾਈਗਰ ਹਿੱਲ ਵਰਗੀਆਂ ਪਹਾੜੀਆਂ ਤੇ ਸਾਡੀ ਰੱਖਿਆ ਕਰ ਰਹੇ ਹੁੰਦੇ ਨੇ। ਸੋ ਅੱਜ ਉਹਨਾਂ ਨੂੰ ਸਲੂਟ ਕਰਨ ਦਾ ਟਾਈਮ ਹੈ। ਸਿਰਫ ਇਹੀ ਨਹੀਂ ਕਿ ਆਪਾਂ ਨੂੰ ਉਸੇ ਦਿਨ ਹੀ ਯਾਦ ਕਰੀਏ ਜਿਸ ਦਿਨ ਦਿਨ ਹੋਵੇ, ਉਹਨਾਂ ਦੇ ਪਰਿਵਾਰਾਂ ਦੀ ਹਮੇਸ਼ਾ ਜਿਸ ਸੰਭਵ ਵੀ ਮਦਦ ਹੋਵੇ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੋਇਆ ਕਿ ਜਿਹੜਾ ਦੇਸ਼ ਦੀ ਸਰਹੱਦ ਤੇ ਜਾਂ ਡਿਊਟੀ ਦੌਰਾਨ ਫੌਜੀ ਜਵਾਨ ਸ਼ਹੀਦ ਹੋਊਗਾ ਤਾਂ ਉਹਨੂੰ 1 ਕਰੋੜ ਰੁਪਈਆ ਉਹਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇ ਤੌਰ ਤੇ ਮਿਲੂਗਾ। ਹਾਲਾਂਕਿ 1 ਕਰੋੜ ਰੁਪਈਆ ਕਿਸੇ ਸ਼ਹੀਦ ਦੀ ਜ਼ਿੰਦਗੀ ਦੀ ਵੈਲਿਊ ਨਹੀਂ ਹੈਗੀ, ਪਰ ਪਰਿਵਾਰ ਨੂੰ ਕੋਈ ਆਰਥਿਕ ਤੰਗੀ ਨਾ ਆਵੇ ਇਸ ਕਰਕੇ ਜਿਹੜਾ ਅਸੀਂ ਉਹ 1 ਕਰੋੜ ਦੀ ਰਾਸ਼ੀ ਰੱਖੀ ਹੈ। ਤੇ ਅੱਜ ਮੈਂ ਫੌਜ ਦੇ ਜਿੰਨੇ ਵੀ ਆਫੀਸਰ ਸਾਹਿਬਾਨ ਆਏ ਨੇ, ਪੁਰਾਣੇ ਰਿਟਾਇਰਡ ਬ੍ਰਿਗੇਡੀਅਰਸ, ਕਰਨਲਸ, ਜਨਰਲਸ ਔਰ ਜਿੰਨੇ ਵੀ ਫੌਜ ਨਾਲ ਰਿਲੇਟਡ ਅਪਕਮਿੰਗ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਤੋਂ ਬੱਚੇ ਆਏ ਨੇ, ਮਾਈ ਭਾਗੋ ਅਕੈਡਮੀ ਤੋਂ ਬੱਚੀਆਂ ਆਈਆਂ ਨੇ ਜਿਹੜੀਆਂ ਫੌਜ ਦੇ ਵਿੱਚ ਜਾਣਾ ਚਾਹੁੰਦੀਆਂ ਨੇ ਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀਆਂ ਨੇ। ਮੈਂ ਉਹਨਾਂ ਸਾਰਿਆਂ ਨੂੰ ਵੀ ਵਧਾਈ ਦਿੰਦਾ ਕਿ ਆ ਜਿਹੜੇ ਨਾਮ ਲਿਖੇ ਹੋਏ ਨੇ 1971 ਦੇ, 65 ਦੇ, ਕਾਰਗਿਲ ਦੇ, ਇਹਨਾਂ ਨਾਵਾਂ ਨੂੰ ਜ਼ਰੂਰ ਪੜ੍ਹ ਕੇ ਜਾਇਓ ਕਿਉਂਕਿ ਉਹ ਨਾਮ ਨੇ ਜਿਨ੍ਹਾਂ ਕਰਕੇ ਅਸੀਂ ਅੱਜ ਇੱਥੇ ਆਜ਼ਾਦੀ ਨਾਲ ਘੁੰਮ ਰਹੇ ਹਾਂ। ਆਜ਼ਾਦੀ ਲੈਣਾ ਤੇ ਆਜ਼ਾਦੀ ਨੂੰ ਕਾਇਮ ਰੱਖਣਾ ਡਿਫਰੈਂਟ ਗੱਲਾਂ ਨੇ ਤੇ ਆਜ਼ਾਦੀ ਨੂੰ ਕਾਇਮ ਰੱਖਣ ਦੇ ਵਿੱਚ ਜਿੰਨਾ ਸਾਡਾ ਯੋਗਦਾਨ ਸਾਡੀ ਫੌਜ ਪਾ ਰਹੀ ਹੈ ਉਹਨੂੰ ਮੈਂ ਦਿਲੋਂ ਸੈਲੂਟ ਕਰਦਾ ਤੇ ਮੈਨੂੰ ਉਮੀਦ ਹੈ ਕਿ ਅਸੀਂ ਇੱਕ ਐਸੀ ਫੌਜ ਜਿਹੜੀ ਕਿ ਦੁਨੀਆ ਦੀ ਬੈਸਟ ਫੌਜ ਮੰਨੀ ਜਾਂਦੀ ਹੈ, ਉਹਨਾਂ ਦੀ ਰਹਿਨਮਾਈ 'ਚ, ਉਹਨਾਂ ਦੇ ਹੱਥਾਂ 'ਚ ਅਸੀਂ ਸਾਰੇ ਸੇਫ ਹਾਂ। ਜਦੋਂ ਵੀ ਕਿਤੇ ਕੋਈ ਦੁਸ਼ਮਣ ਨੇ ਕੋਸ਼ਿਸ਼ ਕੀਤੀ ਹੈ ਹਿਲਜੁਲ ਕਰਨ ਦੀ ਤਾਂ ਸਾਡੀ ਫੌਜ ਨੇ 21 ਦੇ 31 ਪਾਏ ਨੇ। ਸੋ ਮੈਂ ਸਾਰੇ ਜਿੰਨੇ ਵੀ ਸ਼ਹੀਦ ਨੇ ਕਾਰਗਿਲ ਹਿੱਲ ਦੇ, ਟਾਈਗਰ ਹਿੱਲ ਦੇ, ਮੈਂ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੰਦਾ ਤੇ ਨਾਲ ਜਿਹੜੀਆਂ ਫੌਜਾਂ ਇਸ ਵਕਤ ਉੱਥੇ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਮੈਂ ਇਸ ਗੱਲ ਦੀ ਹੌਸਲਾ ਵਧਾਉਣਾ ਕਿ ਅਸੀਂ ਤੁਹਾਡੇ ਨਾਲ ਹਾਂ, ਪੂਰਾ ਦੇਸ਼ ਤੁਹਾਡੇ ਨਾਲ ਹੈ ਕਿਉਂਕਿ ਜੇ ਤੁਸੀਂ ਹਿੱਕਾ ਤਾਣੀ ਖੜੇ ਹੋ ਇੱਥੇ ਤਾਂ ਅਸੀਂ ਵੀ ਤੁਹਾਡੇ ਪਰਿਵਾਰਾਂ ਨੂੰ, ਤੁਹਾਡੇ ਪਿੱਛੇ ਰਿਸ਼ਤੇਦਾਰਾਂ ਨੂੰ, ਅਸੀਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਭਾਵੇਂ ਜਿਹੜੇ ਵੀ ਮਰਜ਼ੀ ਅਹੁਦੇ ਤੇ ਰਹੀਏ। ਬਹੁਤ ਬਹੁਤ ਮਿਹਰਬਾਨੀ। ਜਲ ਸ਼ਕਤੀ ਮੰਤਰੀ ਗਜਿੰਦਰ ਸ਼ੇਖਾਵਤ ਜੀ ਨਾਲ ਅੱਜ ਮੀਟਿੰਗ ਹੈ। ਪ੍ਰਦੂਸ਼ਿਤ ਪਾਣੀਆਂ ਬਾਰੇ ਵਿਸਥਾਰ ਨਾਲ ਗੱਲ ਹੋਊਗੀ ਜਿਹਦੇ 'ਚ ਬੁੱਢਾ ਨਾਲਾ ਤੇ ਹੋਰ ਜਿਹੜੀਆਂ ਫਾਜ਼ਿਲਕਾ ਵੱਲ ਜਿਹੜੇ ਪਾਣੀ ਬਹੁਤ ਕਾਲੇ ਰੰਗ ਦੇ ਆਉਂਦੇ ਨੇ, ਆਰਸੈਨਿਕ, ਯੂਰੇਨੀਅਮ, ਹੋਰ ਹੈਵੀ ਮੈਟਲਸ ਪਾਣੀ ਦੇ ਵਿੱਚ ਨੇ ਜਿਹਨੂੰ ਪੀ ਕੇ ਬਿਮਾਰ ਹੋ ਰਹੇ ਲੋਕ, ਔਰ ਇਹ ਸਾਰਾ ਕੁਝ ਮੈਂ ਜਲ ਸ਼ਕਤੀ ਮੰਤਰੀ ਜੀ ਨਾਲ ਜਾਊਂਗਾ, ਅਫਸਰ ਮੇਰੇ ਨਾਲ ਜਾਣਗੇ ਤੇ ਮੈਨੂੰ ਉਮੀਦ ਹੈ ਕਿ ਮਿਲ ਕੇ ਅਸੀਂ ਪੰਜਾਬ ਦੇ ਪਾਣੀਆਂ ਨੂੰ ਸਾਫ਼ ਸੁਥਰਾ ਕਰਨਾ। ਤਾਂ ਦੇਸ਼ ਦੇ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਭਗਵੰਤ ਮਾਨ ਨੇ ਕਾਫੀ ਭਾਵੁਕ ਬੋਲ ਬੋਲੇ। ਤਾਂ ਹਾਲਾਂਕਿ ਅੱਜ ਉਹਨਾਂ ਦੀ ਮੀਟਿੰਗ ਵੀ ਹੈ, ਜਲ ਸਰੋਤ ਮੰਤਰੀ ਗਜਿੰਦਰ ਸ਼ੇਖਾਵਤ ਹੋਰਾਂ ਦੇ ਨਾਲ ਉਹਨਾਂ ਦੀ ਮੀਟਿੰਗ ਹੈ ਤੇ ਉੱਥੇ ਹੁਣ ਇਸ ਤੋਂ ਬਾਅਦ
ਸਿੱਧੇ ਉਹ ਦਿੱਲੀ ਰਵਾਨਾ ਹੋਣਗੇ ਤਾਂ ਕਿਤੇ ਨਾ ਕਿਤੇ ਉਹਨਾਂ ਨੇ ਸਾਫ਼ ਤੌਰ ਤੇ ਸ਼ਹੀਦਾਂ ਦੇ ਪ੍ਰਤੀ ਆਪਦੀ ਜ਼ਿੰਮੇਵਾਰੀ ਤੇ ਨਾਲ ਲੋਕਾਂ ਨੂੰ ਵੀ ਇਹ ਮੈਸੇਜ ਦਿੱਤਾ ਕਿ ਆਖਰ ਜੇਕਰ ਏਸੀ ਲਾ ਕੇ ਗਰਮੀਆਂ 'ਚ ਤੇ ਹੀਟਰ ਲਾ ਕੇ ਸਰਦੀਆਂ 'ਚ ਅਸੀਂ ਸੌਂ ਜਾਂਦੇ ਹਾਂ ਸਰਾਣੇ ਥੱਲੇ ਬਾਂਹ ਧਰ ਕੇ, ਤਾਂ ਉਹ ਇਸੇ ਕਰਕੇ ਕਿ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੇ ਨਾਲ ਸਾਡੇ ਦੇਸ਼ ਦੇ ਜਵਾਨ ਡਟੇ ਹੋਏ ਨੇਗੇ, ਚਾਹੇ ਉਹ ਸਮਾਂ ਹੈ ਕਿ ਜਦੋਂ ਕਾਰਗਿਲ ਦੇ ਵਿੱਚ ਸਭ ਨੂੰ ਪਤਾ ਹੈ ਕਿ ਇੱਕ ਉੱਚੀ ਪਹਾੜੀ ਦੇ ਉੱਤੇ ਕਿੱਡੀ ਚੁਣੌਤੀਪੂਰਨ ਲੜਾਈ ਸੀ ਉਹ ਜਿਹੜੀ ਸਾਡੇ ਦੇਸ਼ ਦੇ ਜਵਾਨਾਂ ਨੇ ਜਿੱਤੀ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਮਿਸਿੰਗ ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।